देखो ਅੱਜ ਪਹਿਲਾ ਜਦੋਂ ਕੁਐਸਚਨ ਆਰ ਸ਼ੁਰੂ ਹੋਇਆ ਪਾਰਲੀਮੈਂਟ ਦੇ ਵਿੱਚ ਪਹਿਲਾ ਕੁਐਸਚਨ ਜਿਹੜਾ ਹੈ ਉਹ ਲੱਗਿਆ ਸੀ ਐਫਸੀਆਈ ਤੇ ਇੱਕ ਸਾਡੇ ਉੜੀਸਾ ਦੇ ਐਮਪੀ ਆ ਉਹਨਾਂ ਦਾ ਕੁਐਸਚਨ ਆਇਆ ਸੀ। ਉਹਨਾਂ ਨੇ ਇਸ ਗੱਲ ਤੇ ਪੁੱਛਿਆ ਉੜੀਸਾ ਬਾਰੇ ਤੇ ਉਸ ਤੋਂ ਬਾਅਦ ਸਪਲੀਮੈਂਟਰੀ ਅੱਜ ਮੌਕਾ ਬਹੁਤ ਵੱਡਾ ਬੀਬਾ ਹਰਸਿਮਰਤ ਕੌਰ ਜੀ ਨੂੰ ਮਿਲਿਆ। ਪਰ ਬਹੁਤ मैं समझदा अज ऐसी गल पढ़दा जिहड़ा पर्दे दे पिछे की सीन सी वो अज पीयूष गोयल होना ने जिहड़े फूड सप्लाई महकमा उन्होंने मूहरे रखती गल लिया के। पहली गल वो कहंदे भी बीबा जी मंत्री जी आपां तां कट्ठे कैबिनेट दे विच कट्ठे कैबिनेट च बह के ये सारे फैसले करते रहे हैं। अज गल की होगी? अज जे तुसीं दूजे पासे खड़ गए तां फिर तुसीं इहो जी गल कर रहे हो। ਆਪਾਂ ਤਾਂ ਕੈਬਨਿਟਾਂ 'ਚ ਬਹਿ ਕੇ ਇਹ ਫੈਸਲੇ ਆਪ ਕਰਦੇ ਰਹੇ ਹਾਂ ਸਾਰੇ ਤੇ ਇਹ ਫੈਸਲੇ 'ਚ ਵੀ ਤੁਸੀਂ ਭਾਈਵਾਲ ਹੋ। ਪਰ ਉਸ ਵੇਲੇ ਫਿਰ ਬੀਬਾ ਹਰਸਿਮਰਤ ਕੌਰ ਉਦੋਂ ਬਾਅਦ ਖੜ ਕੇ ਕੋਈ ਗੱਲ ਨਹੀਂ ਕਰ ਸਕੇ, ਪਾਣੀ ਹੋ ਗਏ, ਕੋਈ ਜਵਾਬ ਨਹੀਂ ਦੇ ਸਕੇ। ਇਹ ਗੱਲ ਅੱਜ ਪਾਰਲੀਮੈਂਟ ਦੇ ਵਿੱਚ ਹੋਈ ਨਹੀਂ ਤਾਂ ਜ਼ਰੂਰ ਉਹ ਇਹਦਾ ਸਪਸ਼ਟੀਕਰਨ ਦੇਣ, ਪਾਰਲੀਮੈਂਟ ਦੇ ਦੇਣ, ਸਦਨ 'ਚ ਖੜ ਕੇ ਕਹਿਣ ਵੀ ਜੋ ਪੀਯੂਸ਼ ਗੋਇਲ ਫੂਡ ਮਿਨਿਸਟਰ ਸਪਲਾਈ ਮਿਨਿਸਟਰ ਨੇ ਇਹ ਗੱਲ ਕਹੀ ਹੈ ਝੂਠ ਕਹੀ ਹੈ। ਵੀ ਮੈਂ ਕਦੇ ਵੀ ਕੈਬਨਿਟ 'ਚ ਕਿਸੇ ਵੀ ਗੱਲ ਤੇ ਸਰਕਾਰ ਦਾ ਸਾਥ ਨਹੀਂ ਦਿੱਤਾ ਤੇ 6 ਸਾਲ ਤਕਰੀਬਨ ਉਹ ਮੰਤਰੀ ਰਹੇ ਨੇ ਤੇ ਹੌਲੀ ਐਫਸੀਆਈ ਰੋਜ਼ ਨਵੇਂ ਕਾਨੂੰਨ, ਰੋਜ਼ ਨਵੀਆਂ ਸੰਸ਼ੋਧਨ ਕਰ ਕਿਸਾਨਾਂ ਨੂੰ ਇਸ ਨੌਬਤ ਤੱਕ ਲਿਆਏ। ਇਹ ਗੱਲ ਅੱਜ ਸਾਰੀ ਪੀਯੂਸ਼ ਗੋਇਲ ਨੇ ਅੱਜ ਔਨ ਦੀ ਫਲੋਰ ਆਫ ਹਾਊਸ ਐਜ਼ ਏ ਮਿਨਿਸਟਰ ਇਹਨਾਂ ਦੇ ਪ੍ਰਸ਼ਨ ਪੁੱਛੇ ਤੇ ਅੱਜ ਉਹਨਾਂ ਨੇ ਭਾਜ ਖੋਲ ਕੇ ਰੱਖਤੇ। ਸਾਰੀਆਂ ਗੱਲਾਂ ਜਿਹੜੀਆਂ ਉਹ ਅੱਜ ਇੰਟਰਨੈਸ਼ਨਲ ਮੈਂ ਸਮਝਦਾ ਦੁਨੀਆ ਨੇ ਦੇਖੀਆਂ ਤੇ ਬਹੁਤ ਹੀ ਐਸੀ ਸਥਿਤੀ ਹੋ ਗਈ ਸੀ ਵੀ ਲੱਭ ਨਹੀਂ ਰਿਹਾ ਸੀ। ਅਸੀਂ ਵੀ ਮੂਹਰੇ ਖੜੇ ਸੀ, ਵੈਲ 'ਚ ਅਸੀਂ ਰੋਕ ਰਹੇ ਸੀ ਵੀ ਬਿਲਕੁਲ ਇਹ ਹਾਊਸ ਚੱਲੇਗਾ ਨਹੀਂ ਜਦੋਂ ਇਹੋ ਜਿਹੀ ਮੰਤਰੀ ਗੱਲ ਕਰ ਰਿਹਾ ਤੇ ਇਹ ਗੱਲ ਸਪਸ਼ਟ ਕਰੇ, ਹਰਸਿਮਰਤ ਕੌਰ ਜੀ ਸਪਸ਼ਟ ਕਰਨ ਤੇ ਮੰਤਰੀ ਸਪਸ਼ਟ ਕਰੇ ਵੀ ਕਿਉਂ ਤੁਸੀਂ ਕਿਸਾਨਾਂ ਦਾ ਖੂਨ ਚੂਸ ਰਹੇ ਹੋ। ਦੂਜੀ ਗੱਲ ਇਹ ਫੈਸਲੇ ਤੇ ਆ ਗਏ ਵੀ ਕੁਛ ਹੋ ਜੇ ਅਸੀਂ ਪੈਸਾ ਜਿਹੜਾ ਉਹ ਆਪਣੇ ਤਰੀਕੇ ਨਾਲ ਦੇਣਾ, ਸਿੱਧਾ ਖਾਤਿਆਂ 'ਚ ਪਾਉਣਾ। ਉਹਦੇ ਨਾਲ ਦੇਖੋ ਟੋਟਲ 2-3 ਗੱਲਾਂ ਇਹਦੇ ਨਾਲ। ਇੱਕ ਤਾਂ ਸਿੱਧੀਆਂ ਇਹ ਗੱਲ ਅਸੀਂ ਰੱਖੀ ਅੱਗੇ ਵੀ ਜਿਹੜਾ ਕਿਸਾਨ ਆ ਅੱਜ ਤੱਕ ਜੇ ਕੋਆਪਰੇਟਿਵ ਬੈਂਕ ਨੇ, ਸਰਕਾਰੀ ਬੈਂਕ ਨੇ, ਉੱਥੇ ਦਾ ਸਿਰਫ 2 ਤੋਂ 3 ਲੱਖ ਰੁਪਈਆ ਆਪਾਂ ਨੂੰ ਖਾਦ ਲਈ, ਸੰਦਾਂ ਲਈ ਜਾਂ ਹੋਰ ਚੀਜ਼ਾਂ ਲਈ 2 ਤੋਂ 3 ਲੱਖ ਰੁਪਈਆ ਮਿਲਦਾ ਏ। ਪਰ 15 ਸਾਲ ਪਿਛਲੇ ਐਸੇ ਆਏ ਪ੍ਰਾਈਵੇਟ ਬੈਂਕ, ਉਹਨਾਂ ਨੇ ਕ੍ਰੌਪ ਲੋਨ ਨਹੀਂ, ਉਹਨਾਂ ਨੇ ਲੈਂਡ ਤੇ ਲੋਨ ਦੇਣਾ ਸ਼ੁਰੂ ਕਰਤਾ ਤੇ ਇੱਕ ਕਿੱਲੇ ਦੀ ਇਸ ਤਰੀਕੇ ਨਾਲ ਭਾਅ ਦਿਖਾਏ ਵੀ ਕਰੋੜਾਂ 'ਚ ਜ਼ਮੀਨ ਦਿਖਾਤੀ ਤੇ ਕਰੋੜਾਂ 'ਚ ਹੀ ਸਾਨੂੰ ਜਿਹੜਾ ਲੋਨ 20-30 ਲੱਖ ਇੱਕ ਕਿੱਲੇ ਮਗਰ ਦੇਤਾ। ਅੱਜ ਹਰ ਜਿਹੜਾ ਸਾਡਾ ਆਧਾਰ ਕਾਰਡ ਨਾਲ ਲਿੰਕਡ ਅੱਜ ਖਾਤਾ ਤੇ ਜਦੋਂ ਇਹ ਖਾਤੇ 'ਚ ਪੈਸੇ ਪਾਉਣਗੇ ਇਹ ਸਿੱਧੀ ਪ੍ਰਾਈਵੇਟ ਬੈਂਕਾਂ ਦੀ ਮਦਦ ਹੋਏਗੀ। ਉਦੋਂ ਹੀ ਉਹ ਖਾਤੇ ਸੀਲ ਕਰ ਦੇਣਗੇ, ਸੀਜ਼ ਕਰ ਦੇਣਗੇ ਵੀ ਇਹ ਫਸਲ ਦਾ ਪੈਸਾ ਸਾਡੀ ਤਾਂ ਕਿਸਾਨ ਨੇ ਇੰਨੇ ਲੱਖ ਜਿਹੜਾ ਹੈ ਉਹ ਕਰਜ਼ਾ ਮੋੜਨਾ, ਅਸੀਂ ਨਹੀਂ ਜਾਣ ਦੇਣਾ ਪੈਸਾ। ਇਸ ਕਰਕੇ ਉਸ ਵੇਲੇ ਫਿਰ ਇਹ ਕੰਪਨੀਆਂ ਆਉਣਗੀਆਂ, ਇਹ ਬੈਂਕ ਆਉਣਗੇ ਵੀ ਭਾਈ ਜੇ ਪੈਸਾ ਲੈਣਾ ਤਾਂ ਦੱਸ ਇਹ ਜਿਹੜਾ ਪਿਛਲਾ 50 ਲੱਖ ਰਹਿੰਦਾ, 20 ਲੱਖ ਰਹਿੰਦਾ, ਕਰੋੜ ਰਹਿੰਦਾ, ਜ਼ਮੀਨ ਦਾ ਸੌਦਾ ਕਰ ਕਿੰਨੇ 'ਚ ਕਰਦਾ, ਉਹ ਜ਼ਮੀਨ ਸਾਨੂੰ ਦੇ ਆਪਣੀ, ਤਾਂ ਤੈਨੂੰ ਅਸੀਂ ਇਹ ਜਿਹੜਾ ਪੈਸਾ ਉਹ ਰਿਲੀਜ਼ ਕਰਾਂਗੇ। ਇਹ ਸਰਕਾਰ ਇਸ ਵੱਲ ਨੂੰ ਚੱਲੀ ਹੋਈ ਹੈ। ਦੂਜੀ ਗੱਲ, ਕਿੰਨਾ ਸਾਡਾ ਕਿਸਾਨ ਆ ਜਿਹੜਾ ਉਹ ਠੇਕੇ ਤੇ ਜ਼ਮੀਨਾਂ ਦੇ ਕੇ, ਜਿਵੇਂ 40% ਕਿਸਾਨ ਆਪਣੇ ਬੱਚੇ ਆ ਜਿਹੜੇ ਉਹ ਵਿਦੇਸ਼ਾਂ 'ਚ ਬੈਠੇ ਆ, ਪਰਿਵਾਰ ਵਿਦੇਸ਼ਾਂ 'ਚ ਬੈਠੇ ਆ, ਪਿੱਛੇ ਜ਼ਮੀਨ ਉਹ ਠੇਕੇ ਤੇ ਦੇ ਦਿੰਦੇ ਆ। ਠੇਕੇ ਵਾਲਾ ਪੈਸਾ ਦੇ ਦਿੰਦਾ ਆਪਣੇ ਕਿਸਾਨ ਭਰਾਵਾਂ ਨੂੰ ਪਹਿਲਾਂ, ਤੇ ਫਸਲ ਜਦ ਆਉਂਦੀ ਆ ਉਹ ਆੜਤੀਏ ਦੇ ਹਿਸਾਬ ਦੇ ਖਾਤੇ 'ਚ ਆਉਂਦੀ ਆ। ਆੜਤੀਆ ਠੇਕੇਦਾਰ ਜਿਹੜਾ ਜਿਹਨੂੰ ਜ਼ਮੀਨ ਦਿੱਤੀ ਹੁੰਦੀ ਆ ਠੇਕੇ ਤੇ, ਉਹਨੂੰ ਪੈਸਾ ਦੇ ਦਿੰਦਾ। ਹੁਣ ਇਹ ਕੀ ਹੋਊ? ਤੇ ਇਹ ਸਾਰਾ ਆਪਸ ਵਿੱਚ ਫਰਕ ਦੇਖੋ ਕਿੰਨਾ ਪਊ। ਮੈਂ ਬੈਠਾ ਕੈਨੇਡਾ, ਅਮਰੀਕਾ 'ਚ, ਮੇਰੀ ਜ਼ਮੀਨ ਉਰੇ ਆ ਤੇ ਮੈਂ ਕਿਸੇ ਆਪਣੇ ਪਰਿਵਾਰਿਕ ਰਿਸ਼ਤੇਦਾਰ ਨੂੰ, ਸਾਕ ਸੰਬੰਧੀ ਨੂੰ ਜਿਹੜਾ ਕਮਜ਼ੋਰ ਆ, ਜਿਹੜਾ ਵਿਚਾਰਾ ਜਿਹਦੇ ਕੋਲ ਜ਼ਮੀਨ ਥੋੜੀ ਆ, ਉਹਨੂੰ ਨਾਲੇ ਤਾਂ ਕੰਮ ਕਰਨ ਨੂੰ ਮਿਲ ਜਾਂਦਾ, ਨਾਲੇ ਉਹ ਮਿਹਨਤ ਕਰਕੇ 4 ਪੈਸੇ ਹੋਰ ਕਮਾ ਲੈਂਦਾ, 2 ਦੀ ਜਗ੍ਹਾ 3 ਫਸਲਾਂ ਕੱਢ ਲੈਂਦਾ ਮਿਹਨਤ ਕਰਕੇ। ਹੁਣ ਕੀ ਹੋਊ? ਮੈਂ ਪਹਿਲਾਂ ਪੈਸਾ ਉਹ ਤੋਂ ਪਹਿਲਾਂ ਠੇਕੇ ਦਾ ਲੈ ਲਿਆ ਤੇ ਮੇਰੇ ਖਾਤੇ 'ਚ ਪੈਸੇ ਆ ਜਿਹੜੇ ਉਹ ਐਫਸੀਆਈ ਵੀ ਪਾ ਦੇਗੀ
ਮੇਰਾ ਆਪਸ ਵਿੱਚ ਜਿਹੜਾ ਠੇਕੇਦਾਰ ਤੇ ਜਿਹੜਾ ਮਾਲਕ ਦਾ ਜ਼ਮੀਨ ਵਾਲੇ ਦਾ ਉਹਦਾ ਜਿਹੜਾ ਆਪਸ ਵਿੱਚ ਡਿਸਪਿਊਟ ਖੜਾ ਹੋ ਜਾਏਗਾ। ਦੂਜੀ ਗੱਲ, ਇੱਕ ਗੱਲ ਅੱਜ ਕਹੀ, ਕਿਉਂਕਿ ਲੈਂਡ ਰਿਕਾਰਡ ਆ ਜਿਹੜਾ ਉਹ ਵੀ ਹਜੇ ਬਹੁਤ ਜਿਹੜਾ ਹੈ ਉਹ ਕੰਪਿਊਟਰਾਈਜ਼ ਹੋ ਰਿਹਾ, ਬੜਾ ਕੁਝ ਹੋ ਰਿਹਾ, ਉਹਦੇ ਵਿੱਚ ਵੀ ਕਈ ਜਗ੍ਹਾ ਬਹੁਤ ਪ੍ਰੋਬਲਮਸ ਆ ਰਹੀਆਂ ਏ, ਜ਼ਮੀਨਾਂ ਜਿਹੜੀਆਂ ਉਹ ਨੌ ਨਹੀਂ ਚੜੀਆਂ, ਬਹੁਤ ਜਗ੍ਹਾ ਇਹ ਸਮੱਸਿਆ ਵੀ ਆ ਰਹੀ ਆ, ਕਿਉਂਕਿ ਬਾਅਦ ਚ ਭਰਾਵਾਂ ਦੀ ਵੰਡ ਹੋ ਜਾਂਦੀ ਆ, ਉਦੋਂ ਬਾਅਦ ਅੱਗੇ ਜਨਰੇਸ਼ਨਾਂ ਦੀ ਵੰਡ ਹੋ ਜਾਂਦੀ ਆ, ਜਿਹੜੀ ਕਿ ਹਜੇ ਦੇ ਵਿੱਚ ਉਹਦੇ ਵਿੱਚ ਕਾਫੀ ਪ੍ਰੋਬਲਮ ਆ ਰਹੀਆਂ। ਤੇ ਤੀਜੀ ਗੱਲ, ਭਾਈ ਸਾਡਾ ਆੜਤੀਆ ਤਾਂ ATM ਆ, ਉਹ ਸੰਬੰਧ ਆ ਸਾਡਾ ਆੜਤੀਏ ਨਾਲ। ਅਸੀਂ ਕਿਹੜੇ FCI ਦੇ ਕਿਹੜੇ ਅੰਬਾਨੀ ਅਡਾਨੀ ਦੇ ਮਗਰ ਫਿਰਾਂਗੇ ਜਦੋਂ ਸਾਡੇ ਕਿਸੇ ਘਰ ਦੇ ਵਿੱਚ ਕਿਸਾਨ ਗਰੀਬ ਦਾ ਕਿਸੇ ਧੀ ਦਾ ਵਿਆਹ ਹੈ, ਹਲਵਾਈ ਨੂੰ ਪੈਸੇ ਦੇਣੇ ਆ, ਟੈਂਟ ਵਾਲੇ ਨੂੰ ਪੈਸੇ ਦੇਣੇ ਆ, ਇੱਕ ਟੈਲੀਫੋਨ ਜਾ ਕੇ ਆੜਤੀਏ ਤੋਂ ਕਰਵਾ ਲੈਂਦਾ ਵੀ ਲਾ ਦੇ ਭਾਈ, ਮੇਰੀ ਜ਼ਿੰਮੇਵਾਰੀ ਹੈ। ਉਧਰ ਬਿਮਾਰ ਹੋ ਗਏ, ਅੱਜ ਐਸਾ ਪਾਣੀ ਆ, ਕੈਂਸਰ ਹੋ ਰਿਹਾ, TB ਹੋ ਰਿਹਾ, ਹੋਰ ਬਿਮਾਰੀਆਂ, ਹੈਪੇਟਾਈਟਸ ਆ, ਕਰੋਨਾ ਚੱਲ ਰਿਹਾ, ਹਸਪਤਾਲ 'ਚ ਇਲਾਜ ਕੀ ਕੌਣ ਕਰਾਉਂਦਾ? ਜਦੀ ਲੋਕਲ ਛੋਟੇ ਸ਼ਹਿਰ ਨੇ, ਆੜਤੀਆ ਮਾਰਦਾ ਫੋਨ ਵੀ ਆ ਰਿਹਾ, ਭਾਈ ਕਿਸਾਨ ਗਰੀਬ ਮਜ਼ਦੂਰ ਇਲਾਜ ਦੇ ਪੈਸੇ ਮੈਂ ਆਪਣੇ ਆਪ ਦਊਂਗਾ, ਲੱਗ ਜਾਣ ਜਿੰਨੇ ਮਰਜ਼ੀ ਪੈਸੇ। ਕੌਣ ਦਊਗਾ? ਕਿਉਂ ਰਿਸ਼ਤਾ ਸਾਡਾ ਐ ਤੋੜਨ? ਮੈਨੂੰ ਬਾਕੀ ਸਟੇਟਾਂ ਦਾ ਨਹੀਂ ਪਤਾ, ਸਾਡਾ ਕੋਈ ਵੀ ਕਦੇ ਸੁਣਿਆ ਤੁਸੀਂ ਹੁਣ ਕਦੇ ਸੁਣਿਆ ਤੁਸੀਂ ਕੋਈ ਕਿਸਾਨ ਆੜਤੀਏ ਤੋਂ ਤੰਗ ਹੋ ਕੇ ਖੁਦਕੁਸ਼ੀ ਕਰ ਗਿਆ ਜਾਂ ਕੋਈ ਗੱਲ ਹੋ ਗਈ? ਕਦੇ ਸੁਣਿਆ? ਇੱਕ ਰਿਸ਼ਤਾ ਹੈ ਆਪਸ ਵਿੱਚ, ਤੁਸੀਂ ਉਹ ਤੋੜਨ ਲੱਗੇ ਹੋ। 40,000 ਤੋਂ ਉੱਤੇ 40,000 ਤੋਂ ਉੱਤੇ ਜਿਹੜੇ ਸਾਡੇ ਇਹ ਨੇ ਜਿਹੜੇ ਨੇ ਆੜਤੀਏ ਆ, ਉਹਨਾਂ ਦੇ ਅੱਗੇ ਬੇਟੇ ਜਾਂ ਬੈਠੇ ਆ, ਉਹ ਲੱਖ ਉਹ ਹੋ ਜਾਂਦਾ। 8 ਲੱਖ ਮਜ਼ਦੂਰ ਆ ਜਿਹੜਾ ਢੋਇਆ ਢਵਾਈ ਦਾ ਕੰਮ ਕਰਦਾ, ਜਿਹਨੂੰ ਆੜਤੀਆ ਪੈਸਾ ਦਿੰਦਾ ਏ। ਉਦੋਂ ਬਾਅਦ ਮਨੀਮ ਆ 40,000, ਜਿਹੜਾ ਮਨੀਮ 20 ਤੋਂ 50,000 ਤੱਕ ਅਸੀਂ ਜਿਹੜਾ ਹੈ ਉਹਨੂੰ ਪੈਸਾ ਦਿੰਦੇ ਆ, ਆੜਤੀਏ ਦਿੰਦੇ ਆ, ਉਹ 40,000 ਉਹ ਬੇਰੋਜ਼ਗਾਰ ਹੋਣਾ। 8 ਲੱਖ ਜਿਹੜਾ ਹੈ ਉਹ ਇਹਨੇ ਕਾਮੇ ਨੇ, ਮਜ਼ਦੂਰ ਨੇ ਬੇਰੋਜ਼ਗਾਰ ਹੋਣਾ। ਤੇ ਕਿਹਨੂੰ ਕਿਹਨੂੰ ਮਾਰਾਂਗੇ? ਇਹ ਖੁਦਕੁਸ਼ੀਆਂ ਰੋਜ਼, ਇਹ ਕੌਣ ਬਚਾਊਗਾ ਆ ਕੇ? ਇਸ ਕਰਕੇ ਮੰਤਰੀ ਅੱਜ ਸਾਫ਼ ਤੌਰ ਤੇ ਉਹਨੇ ਕਹਿਤਾ ਵੀ ਹਰਸਿਮਰਤ ਤੇ ਅਸੀਂ ਮਿਲ ਕੇ ਸਾਰੇ ਪੰਜਾਬ ਤੇ ਕਿਸਾਨਾਂ ਦੀ ਐਸੀ ਤੈਸੀ ਦਿੰਦੇ ਆ। ਅੱਜ ਕੋਈ ਜਵਾਬ ਨਹੀਂ ਆਇਆ। ਫਿਰ ਆਓ ਜੀ, ਦੇਖੋ ਮੈਂ ਤਾਂ ਇੱਕਦਮ ਉਦੋਂ ਦਾ ਹੀ ਖਹਿਰਾ ਸਾਹਿਬ ਨੂੰ ਫੋਨ ਕਰ ਰਹੇ ਹਾਂ। ਕਿਉਂ? ਸਭ ਤੋਂ ਪਹਿਲਾਂ ਅਸੀਂ ਬਹੁਤ ਸਾਡਾ ਗੂੜਾ ਰਿਸ਼ਤਾ ਹੈ, ਤੇ ਅਸੀਂ 5 ਸੈਕਟਰ ਤਕਰੀਬਨ ਅਸੀਂ 20-25 ਸਾਲ ਦੇ ਇੱਕੋ ਸੈਕਟਰ 5 ਸੈਕਟਰ ਦੇ ਵਿੱਚ ਰਹਿੰਦੇ ਆ। ਆਮਣੇ ਸਾਹਮਣੇ ਸਾਡੇ ਘਰ ਨੇ, ਤੇ ਤਕਰੀਬਨ ਪਾਰਟੀ ਦੀ ਗੱਲ ਨਹੀਂ, ਪੋਲੀਟੀਕਲ ਗੱਲ ਨਹੀਂ, ਸਾਡੇ ਜਿਹੜੇ ਰਿਸ਼ਤੇ ਆ ਉਹ ਬਹੁਤ ਅਸੀਂ ਛੋਟੇ ਹੋਣ ਤੋਂ ਇੱਕ ਦੂਜੇ ਦੇ ਘਰ, ਉਹਨਾਂ ਦਾ ਸਾਡਾ ਆਉਣਾ ਜਾਣਾ, ਸਾਡੇ ਪਰਿਵਾਰਿਕ ਰਿਸ਼ਤਾ, ਉਹਨਾਂ ਦੀਆਂ ਮਾਤਾਵਾਂ ਭੈਣਾਂ, ਸਾਡਾ ਪਰਿਵਾਰ ਇੱਕ ਆ। ਤੇ ਇਸ ਕਰਕੇ ਅੱਜ ਇਹ ਬਹੁਤ ਮਾੜੀ ਗੱਲ ਹੋਈ ਆ। ਪਰਸਨਲ ਅਟੈਕ ਆ ਜਿਹੜਾ ਉਹ ਕਿਸੇ ਤੇ ਨਹੀਂ ਕਰਨਾ ਚਾਹੀਦਾ। ਜੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਕਿਸਾਨੀ ਸੰਘਰਸ਼ 'ਚੋਂ ਲੱਗੇ ਹੀ ਲੱਗੇ ਆ, ਪਰ ਨਵਰੀਤ ਵਾਲਾ ਜਿੱਦਣ ਦਾ ਉਹਨਾਂ ਨੇ ਕੇਸ ਚੱਕਿਆ, ਉਸ ਨੌਜਵਾਨ ਦਾ ਜਿਹੜਾ ਉਹਦੇ ਡੈਥ ਹੋਈ ਆ, ਉਹਦੇ ਦਾਦਾ ਜੀ ਨੂੰ ਉਹਨਾਂ ਨੇ ਜਿੱਦਣ ਦਾ, ਮੈਂ ਸਮਝਦਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਸਭ ਤੋਂ ਵੱਧ ਮੈਨੂੰ ਕਿਸੇ ਨੇ ਹੌਸਲਾ ਮੇਰੇ ਨਾਲ ਆ ਕੇ ਖੜਾ ਤਾਂ ਉਹ ਸੁਖਪਾਲ ਸਿੰਘ ਖਹਿਰੇ ਹੋਣੀ ਖੜੇ ਹੋਏ ਆ। ਤੇ ਉਹਨਾਂ ਦੇ ਕਰਕੇ ਪਤਾ ਨਹੀਂ ਕੀ ਜਿੱਦ, ਕੀ ਗੁੱਸਾ ਹੈ ਜਿਹੜਾ ED ਜਾਂ ਹੋਰ ਮਹਿਕਮੇ ਲਾ ਕੇ, ਅਸੀਂ ਉਹ ਪਰਿਵਾਰ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ ਆ। ਉਹ ਬੜਾ ਇੱਕ ਵੱਡਾ ਪਰਿਵਾਰ, ਉਹਨਾਂ ਦੇ ਪਿਤਾ ਜੀ ਹਮੇਸ਼ਾ ਪੰਜਾਬ ਦੇ ਵਿੱਚ ਉਹ ਮੰਤਰੀ ਰਹੇ, ਬੜੇ ਬੜੇ ਅਹੁਦਿਆਂ ਤੇ ਰਹੇ। ਸੁਖਪਾਲ ਖਹਿਰਾ ਲਗਾਤਾਰ 3 ਤੋਂ 4 ਵਾਰ MLA ਰਹਿ ਚੁੱਕੇ ਨੇ, ਇਲੈਕਸ਼ਨਾਂ ਲੜ ਚੁੱਕੇ ਨੇ, ਤੇ ਇਸ ਕਰਕੇ ਆਮ ਆਦਮੀ ਪਾਰਟੀ ਦੇ CLP ਲੀਡਰ ਆਪੋਜੀਸ਼ਨ ਰਹਿ ਚੁੱਕੇ ਆ। ਮੈਂ ਤੁਸੀਂ ਦੇਖੋ ਤਾਂ ਸਹੀ ਨਾ। ਤੇ ਉਹ ਬੜੇ ਰਸੂਖਦਾਰ, ਬੜੇ ਚੰਗੇ ਤੇ ਵੱਡੇ ਕਿਸਾਨ ਨੇ, ਜਿਨ੍ਹਾਂ ਕੋਲ ਕੋਈ ਕਮੀ ਨਹੀਂ ਕਿਸੇ ਚੀਜ਼ ਦੀ। ਉਹਨਾਂ ਦਾ ਬੇਟਾ ਆ ਵਕੀਲ ਆ, ਲਾਇਰ ਆ। ਤੇ ਇਸ ਕਰਕੇ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਕੋਈ ਨਹੀਂ, ਉਹ ਕਹਿੰਦੇ ਜੀ ਆਇਆਂ ਨੂੰ, ਜਿੰਨੀ ਮਰਜ਼ੀ ਆ ਘਰ ਖੁੱਲਾ ਪਿਆ, ਜੋ ਮਰਜ਼ੀ ਛਾਨਬੀਨ ਕਰੋ, ਕੁਛ ਕਰੋ। ਜੇ ਤੁਸੀਂ ਕੁਛ ਬੰਦਿਆਂ ਨੂੰ, ਜੇ ਫੰਡਿੰਗ ਕਿਸੇ ਨੂੰ ਜਿਨ੍ਹਾਂ ਦੀ ਡੈਥ ਹੋਈ ਆ, ਜਿਹੜੇ ਸ਼ਹੀਦ ਹੋ ਗਏ, ਜੇ ਉਹਨਾਂ ਨੂੰ ਅਸੀਂ ਪੈਸਾ ਦਿੱਤਾ ਹੈ ਤੇ ਉਹ ਸਾਰੇ ਪੰਜਾਬ ਦੇ ਕਿਸਾਨਾਂ ਨੇ ਦਿੱਤਾ ਹੈ, ਤੇ ਉਹਨਾਂ ਨੇ ਵੀ ਦਿੱਤਾ। ਉਹ ਕਿਹੜੀ ਨਵੀਂ ਗੱਲ ਕਰਤੀ? ਪਰ ਇਹ ਗੱਲਾਂ ਜਿਹੜੀਆਂ ਪੋਲੀਟੀਕਲ, ਇਸ ਗੱਲ ਦਾ ਮੈਂ ਇੱਕ ਗੱਲ ਹੋਰ ਦੱਸਦਾ, ਉਹਨਾਂ ਨੂੰ ਪੰਜਾਬ ਦੇ ਲੋਕ ਉਹਨਾਂ ਨਾਲ ਖੜੇ ਆ, ਪੋਲੀਟੀਕਲ ਪਾਰਟੀ ਤੋਂ ਉੱਤੇ ਉੱਠ ਕੇ ਉਹਨਾਂ ਨਾਲ ਖੜੇ ਆ। ਤੇ ਇਸ ਗੱਲ ਦਾ ਕੋਈ ਵੀ, ਪਹਿਲਾਂ ਉਹਨਾਂ ਤੇ ਬਥੇਰੇ ਇਹੋ ਜਿਹੀਆਂ ਗੱਲਾਂ ਹੋਈਆਂ ਏ, ਬਾਦਲ ਸਾਹਿਬ ਨੇ ਬਥੇਰੇ ਪਰਚੇ ਕੀਤੇ ਸੀ, ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਪੋਲੀਟੀਕਲ ਬੰਦਾ ਇਸ ਚੀਜ਼ਾਂ ਲਈ ਤਿਆਰ ਰਹਿੰਦਾ ਹਮੇਸ਼ਾ। ਇਸ ਕਰਕੇ ਉਹ ਪੁਰਾਣੀ ਪੋਲੀਟੀਕਲ ਫੈਮਿਲੀ ਆ। ਇਹ
ਬਿਲਕੁਲ ਇੱਕ ਫੋਕਾ ਫਾਇਰ ਆ ਜਿਹੜਾ ਉਹ ਕੀਤਾ ਇਸ ਕਰਕੇ ਆ ਵੀ ਕੋਈ ਵੀ ਹੋਰ ਵੀ ਕਿਸਾਨੀ ਸੰਘਰਸ਼ 'ਚ ਕੋਈ ਮਦਦ ਨਾ ਕਰੇ, ਮੂਹਰੇ ਨਾ ਆਵੇ, ਉਹਦੇ ਨਾਲ ਆਹ ਰਵੱਈਆ ਅਸੀਂ ਇਖਤਿਆਰ ਕਰਾਂਗੇ। ਇਹ ਉਹਨਾਂ ਨੇ ਇੱਕ ਆਪਣੀ ਤਾਨਾਸ਼ਾਹੀ ਰਵੱਈਏ ਦੀ ਉਹਨਾਂ ਨੇ ਇੱਕ ਦਿਖਾਇਆ ਵੀ ਮੋਦੀ ਤੇ ਅਮਿਤ ਸ਼ਾਹ ਜੀ ਕੀ ਕਰ ਸਕਦੇ ਆ। ਗੱਲ ਤਾਂ ਇੰਨੀ, ਮੈਂ ਤਾਂ ਬਹੁਤ ਚਿਰ ਦਾ ਹੱਥ ਜੋੜ ਰਿਹਾ, ਬਹੁਤ ਹੱਥ ਜੋੜ ਰਿਹਾ ਵੀ ਭਾਈ ਇਕੱਠੇ ਹੋ ਕੇ ਆਪਾਂ, ਬਹੁਤ ਅੱਗੇ ਗਰਮੀ ਦਾ ਮੌਸਮ ਆ ਰਿਹਾ, ਬਹੁਤ ਲੋਕਾਂ ਨੇ ਉਰੇ ਕਠਿਨਾਈ ਝੱਲ ਲਈ, ਤੇ ਅੱਜ ਜੇ ਇਹ ਫੈਸਲਾ ਹਜੇ ਤੁਹਾਡੇ ਰਾਹੀਂ ਮੈਨੂੰ ਪਤਾ ਲੱਗ ਰਿਹਾ, ਜੇ ਇਹ ਫੈਸਲਾ ਕੀਤਾ ਤਾਂ ਇਹਦੇ ਨਾਲ ਵੀ ਇੱਕ ਭਰੋਸਾ ਬਣਦਾ, ਇਹਦੇ ਨਾਲ ਵੀ ਇੱਕ ਭਰੋਸਾ ਬਣਦਾ ਹੈ। ਤੇ ਜੇ ਹੁਣ ਮੈਂ ਪੋਲਿਟਿਕਸ 'ਚ ਹਾਂ, ਮੇਰੇ ਨਾਲ ਦੇ ਮੈਨੂੰ ਐਮਪੀ, ਮੈਂ ਪਾਰਟੀ ਦਾ ਵਿਪ ਹਾਂ, ਜੇ ਮੇਰੇ ਨਾਲ ਦੇ ਐਮਪੀ ਮੇਰੇ ਤੇ ਭਰੋਸਾ ਹੀ ਨਾ ਕਰਨ, ਜੋ ਮੈਂ ਕਹਾਂ ਉਹ ਮੈਨੂੰ ਇੱਕ ਬੰਦੇ ਨੂੰ ਅਥਾਰਟੀ ਆ ਨਾ ਵੀ ਮੈਂ ਜਾ ਕੇ ਇਹਨਾਂ ਦੇ 40 ਐਮਪੀਆਂ ਦੇ ਸਿਰ ਤੇ ਜੋ ਕਹਿ ਦੇਵਾਂ ਸਪੀਕਰ ਨੂੰ, ਜੋ ਸਰਕਾਰ ਨੂੰ, ਉਹ ਆਪੋਜੀਸ਼ਨ ਜਿਹੜੀ ਕਾਂਗਰਸ ਪਾਰਟੀ ਦਾ ਉਹ ਲਾਈਨ ਹੋਏਗੀ। ਪਰ ਹੁਣ ਮੇਰੀ ਬੇਨਤੀ ਆ ਵੀ ਜੇ 40 ਨੇ, 50 ਨੇ, 400 ਨੇ, ਹੈ ਤਾਂ ਇੱਕ ਨਾ, ਚਾਹੇ ਇੱਕ ਬੰਦੇ ਤੇ ਭਰੋਸਾ ਕਰਕੇ ਭੇਜ ਦੇਣ, ਦੋਵਾਂ ਤੇ ਕੀ ਗੱਲ ਆਪਸ ਵਿੱਚ ਭਰੋਸਾ ਨਹੀਂਗਾ ਕਿਉਂ? ਇਸ ਕਰਕੇ ਜੇ ਹਜੇ ਵੀ ਆਪਸ ਵਿੱਚ ਭਰੋਸਾ ਨਹੀਂ ਆਪਾਂ ਨੂੰ 3 ਮਹੀਨੇ 6 ਮਹੀਨੇ ਰਾਤ ਇਕੱਠੇ ਰਹਿ ਕੇ, ਦਿਨ ਇਕੱਠੇ ਰਹਿ ਕੇ, ਤੇ ਫਿਰ ਭਰੋਸਾ ਬਣੂਗਾ ਕਦ? ਇਸ ਕਰਕੇ ਇਹ ਗੱਲ ਜ਼ਰੂਰ ਸਰਕਾਰ ਨੂੰ ਕਿਸੇ ਵੀ ਨਿਕਲਣ ਦਾ ਰਾਹ ਨਹੀਂ ਦੇਣਾ ਚਾਹੀਦਾ। ਜੇ 40 ਨੇ ਤਾਂ ਉਹਨਾਂ ਨੇ ਵੀ ਉਹੀ ਗੱਲ ਕਰਨੀ ਆ, ਜੇ ਇੱਕ ਜਾਊਗਾ ਤਾਂ ਵੀ ਉਹਨੇ ਗੱਲ ਕਰਨੀ ਆ ਰਿਪੀਲ ਕਰਨ ਦੀ। ਉਦੋਂ ਵੱਧ ਤਾਂ ਕੋਈ ਗੱਲ ਹੀ ਨਹੀਂ ਹੈ ਜੇ ਤੁਸੀਂ ਕਹਿ ਰਹੇ ਹੋ। ਤੇ ਇਸ ਕਰਕੇ ਕੋਈ ਫਰਕ ਨਹੀਂ, 400 450 ਆਵਾਜ਼ ਇੱਕ ਜਾਣੀ ਚਾਹੀਦੀ ਆ, ਗੱਲ ਉਹਦੀ ਆ। ਤੇ ਜਿਵੇਂ ਵੀ ਆ ਸਰਕਾਰ ਨੂੰ ਘੇਰ ਕੇ ਲਿਆ ਕੇ ਇਸ ਗੱਲਬਾਤ ਤੇ ਲਿਆਉਣਾ ਚਾਹੀਦਾ। ਜਿਹੜੀ ਸਰਕਾਰ ਨੂੰ ਇੱਕ ਮੌਕਾ ਮਿਲ ਗਿਆ, ਗੱਲਬਾਤ ਤੋਂ ਸਰਕਾਰ ਭੱਜੀ ਹੋਈ ਹੈ, ਉਹਨੂੰ ਕਿਵੇਂ ਪਲੈਨਿੰਗ ਕਰ, ਆਖਰ ਇਹ ਸਾਰਾ ਵਿਉਂਤਬੰਦੀਆਂ ਆ ਨਾ ਸਾਰੀਆਂ। 26 ਤੱਕ ਆਪਣੀ ਹਰ ਵਿਉਂਤਬੰਦੀ ਕਾਮਯਾਬ ਹੋ ਰਹੀ ਸੀ, 26 ਤੋਂ ਬਾਅਦ ਹੁਣ ਕਿਵੇਂ ਕਾਮਯਾਬ ਕਰਨੀ ਆ? ਹੋਰ ਮਾਹਿਰਾਂ ਨਾਲ ਗੱਲ ਕਰੋ, ਹੋਰ ਮਾਹਿਰਾਂ ਨਾਲ ਸਲਾਹ ਲਓ, ਕਿਵੇਂ ਕਰ ਸਕਦੇ ਆ। ਤੇ ਇਸ ਕਰਕੇ ਅਸੀਂ ਤਾਂ ਤੁਹਾਡੇ ਮੂਹਰੇ ਹੱਥ ਹੀ ਜੋੜ ਸਕਦੇ ਆ ਭਾਈ, ਜਿਵੇਂ ਮਰਜ਼ੀ ਇਹ ਕਿਸਾਨਾਂ ਨੂੰ ਬਚਾਓ, ਕਿਸਾਨਾਂ ਨੂੰ ਇਸ ਗੱਲ ਚੋਂ ਕੱਢੋ। ਬਾਕੀ ਹੁਣ ਤੁਹਾਨੂੰ ਪਤਾ ਯੋਗਿੰਦਰ ਯਾਦਵ ਹੋਣਾ ਨੇ ਸਾਰੇ ਜਿਹੜੇ ਆ ਉਹ ਘੋੜੇ ਭਜਾਈ ਦਿੱਤੇ ਆ, ਪ੍ਰਸ਼ਾਂਤ ਭੂਸ਼ਣ ਜੀ ਜਿਹੜੇ ਉਹ ਵੀ ਸਟੇਜ ਤੇ ਲੈ ਆਂਦੇ ਨੇ, ਤੇ ਵੱਡੇ ਵੱਡੇ ਜਿਹੜੇ ਚਿਹਰੇ ਨੇ ਉਹ ਤਕਰੀਬਨ ਸਾਰੇ ਹੀ ਹੁਣ ਸਟੇਜਾਂ ਤੇ ਆ ਚੁੱਕੇ ਆ, ਭਾਸ਼ਣ ਕਰ ਚੁੱਕੇ ਆ, ਤੇ ਬੜਾ ਵੱਡਾ ਤਜਰਬਾ ਇਹਨਾਂ ਦਾ। ਤੇ ਮੈਂ ਸਮਝਦਾ ਹੁਣ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੂੰ ਹੀ ਭੇਜ ਦੇਣਾ ਚਾਹੀਦਾ, ਦੋਨੋਂ ਹੀ ਗੱਲ ਨਵੇੜੇ ਆਉਣਗੇ, ਤੀਜੇ ਦੀ ਤਾਂ ਹੁਣ ਲੋੜ ਹੀ ਨਹੀਂ ਰਹੀ ਜਦੋਂ ਇਹ ਸਟੇਜ ਤੇ ਆ ਗਏ। ਇਹ ਗੱਲ ਇੱਕ ਸਪਸ਼ਟ ਹੋ ਗਈ, ਹੁਣ ਕਿਸਾਨ ਐਜੀਟੇਸ਼ਨ ਲਈ ਤਾਂ ਹਰ ਬੰਦਾ ਆਪਣੀ ਜੀ ਜਾਨ ਲਾਈ ਬੈਠਾ, ਪਰ ਸਰਕਾਰ ਨੂੰ ਮੌਕਾ ਮਿਲ ਜਾਂਦਾ ਏ ਵੀ ਉਹੀ ਬੰਦੇ ਆ ਗਏ। ਪਹਿਲਾਂ ਯੋਗਿੰਦਰ ਯਾਦਵ ਨੂੰ ਪਿੱਟ ਰਹੇ ਸੀ ਵੀ ਇਹ ਬੰਦਾ ਜਿਹਨੂੰ ਕਹਿੰਦੇ ਨਾ ਪੰਜਾਬੀ 'ਚ ਵੀ ਕੰਮ 'ਚ ਘੜਮ, ਇਹ ਉਹ ਬੰਦਾ ਕਰਨ ਵਾਲਾ। ਹੁਣ ਵੱਡਾ ਨਹਿਸ਼ ਫੜ ਲਿਆਂਦਾ। ਹੁਣ ਕੱਲ ਜਿਹੜਾ ਪ੍ਰਸ਼ਾਂਤ ਭੂਸ਼ਣ ਚਾੜ ਲਿਆ ਸਟੇਜ ਤੇ ਯੋਗਿੰਦਰ ਯਾਦਵ ਨੇ, ਉਹੀ ਬੰਦਾ ਜਿਹਨੇ ਸਾਨੂੰ ਪ੍ਰੋਗਰਾਮ ਕਰਕੇ ਪਹਿਲਾਂ ਆਹ ਕਾਰਡ ਪੜ੍ਹ ਲਿਓ, ਜਿਹੜੀ ਉਹਨੇ ਜਨ ਸੰਸਦ, ਕਿਸਾਨ ਸੰਸਦ ਸੱਦੀ ਸੀ, ਉਹਦੇ ਸਾਰਾ ਕੁਝ ਕਰਤਾ ਧਰਤਾ ਇਹ ਪ੍ਰਸ਼ਾਂਤ ਭੂਸ਼ਣ ਸੀਗੇ। ਤੇ ਹੁਣ ਸਾਨੂੰ ਬੁਲਾ ਕੇ ਸਾਰਾ ਕੁਝ ਕਰਕੇ ਘਟਾ ਕੇ ਸਾਰਾ ਕੁਝ ਕੀ ਪ੍ਰੋਗਰਾਮ ਸੀ ਫਿਰ ਵੀ? ਉਹ ਜਾਂ ਤਾਂ ਕਿਸਾਨ ਸੰਘਰਸ਼ ਫੇਲ ਕਰਨ ਦਾ ਸੀ ਜਿਹੜਾ ਸਾਡੇ ਤੇ ਬੁਲਾ ਕੇ ਹਮਲਾ ਕਰਾਇਆ। ਹੁਣ ਉਹੀ ਬੰਦਾ ਅੱਜ ਫੇਰ ਸਟੇਜ ਸਾਂਭੀ ਬੈਠਾ ਏ। ਤੇ ਹੁਣ ਇਹਦਾ ਕੀ ਅੰਦਾਜ਼ਾ ਆਪ ਕਿਸਾਨ ਲਾਉਣ, ਕਿਸਾਨ ਲੀਡਰ ਲਾਉਣ ਇਸ ਗੱਲ ਦਾ ਅੰਦਾਜ਼ਾ ਵੀ ਇਹ ਬੰਦੇ ਸਾਰੇ ਸਿਆਸੀ ਪਾਰਟੀਆਂ ਨੂੰ ਇਕੱਠੇ ਕਰ ਰਹੇ ਸੀ, ਸਾਰੇ ਐਮਪੀਆਂ ਨੂੰ ਕੱਲ ਤੱਕ ਇਕੱਠੇ ਕਰ ਰਹੇ ਸੀ, ਉਹਨਾਂ ਨੂੰ ਖਿਚੜੀ ਪਕਾ ਰਹੇ ਸੀ, ਤੇ ਅੱਜ ਜਾ ਕੇ ਉਹ ਸਟੇਜ ਤੋਂ ਸਭ ਤੋਂ ਉੱਚੀ ਆਵਾਜ਼ 'ਚ ਇਹ ਬੋਲ ਰਹੇ। ਯਾਰ ਸਮਝੋ, ਗੰਭੀਰਤਾ ਨੂੰ ਸਮਝੋ ਵੀ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਅਸੀਂ ਤਾਂ ਇਹੀ ਚਿੰਤਾ ਪ੍ਰਗਟਾ ਰਹੇ ਹਾਂ, ਤੁਸੀਂ ਕਹਿੰਦੇ ਹੋ ਕਹਿ ਦਿੰਦਾ ਏ। ਹੁਣ ਮੈਂ ਇਹਨੂੰ ਕੀ ਸਮਝਾਂ, ਇਹ ਗੱਲ ਹੈ ਕਿੱਧਰ ਨੂੰ ਜਾ ਰਹੀ? ਵੀ ਇਹੀ ਪ੍ਰਸ਼ਾਂਤ ਭੂਸ਼ਣ ਸਾਡੇ ਕੋਲ ਐਸੇ ਜਗ੍ਹਾ ਤੇ ਆ ਕੇ ਜਨ ਸੰਸਦ ਰੱਖੀ, ਜਨ ਸੰਸਦ ਸਾਰੀਆਂ ਪੋਲੀਟੀਕਲ ਪਾਰਟੀਆਂ ਬੁਲਾਈਆਂ, ਉਹਨਾਂ ਦੇ ਐਮਪੀ ਐਮਐਲਏ ਬੁਲਾਉਣ ਤੋਂ ਬਾਅਦ ਉਹ ਗੇਮ ਨਹੀਂ ਚੱਲੀ, ਉੱਥੇ ਸਾਨੂੰ ਮਰਾਉਣ ਦਾ ਹਮਲਾ ਕੀਤਾ। ਤੇ ਉਦੋਂ ਬਾਅਦ ਕੱਲ ਤੇ ਸਭ ਤੋਂ ਬਾਅਦ ਉੱਚੀ 'ਚ ਸਾਰੇ ਕਿਸਾਨ ਲੀਡਰ ਆਪਣੀ ਸਟੇਜ ਤੇ ਬੁਲਾਈ ਬੈਠੇ ਸੀ, ਸੰਯੁਕਤ ਕਿਸਾਨ ਜਿਹੜਾ ਇਹ ਮੋਰਚਾ ਹੈ। ਹੁਣ ਕਿੱਧਰ ਨੂੰ ਕੀ ਮੰਨੀਏ ਤੇ ਕੀ ਇਹਨਾਂ ਦਾ ਨਾਮ ਮੰਨੀਏ, ਮੈਨੂੰ ਸਮਝ ਨਹੀਂ ਆਉਂਦੀ। ਪਰ ਕਿਸਾਨਾਂ ਦੇ ਭਵਿੱਖ ਨਾਲ ਨਾ ਖੇਡੋ। ਕਿਸਾਨ ਬਹੁਤ ਔਖੇ ਬੈਠੇ ਆ, ਕਿਸਾਨ ਵਿਚਾਰੇ ਇਸ ਲੋਚ, ਇਸ ਮੱਛਰ 'ਚ, ਡੇਂਗੂ 'ਚ ਨਾ ਮੁੱਲ ਵੱਟੋ ਤੁਸੀਂ, ਕੋਈ ਉਹਨਾਂ ਦਾ ਨਾ ਮੁੱਲ ਵੱਟੋ। ਰਹਿਮ ਕਰੋ, ਰਹਿਮ ਕਰੋ।